ਤੇ ਆਪਾਂ ਸਭ ਨੂੰ ਪਤਾ ਕਿ ਉੱਥੇ ਪੋਲੀਟੀਕਲ ਕਾਰਨਾਂ ਤੋਂ ਵਿਰੋਧ ਕੀਤਾ ਜਾ ਰਿਹਾ ਹੈ। ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇਸ ਦੀ ਨੀਂਹ ਰੱਖੀ ਤੇ ਉਦਘਾਟਨ ਵੀ ਪ੍ਰਧਾਨ ਮੰਤਰੀ ਕਰਨਗੇ। ਦੂਜੀ ਗੱਲ ਆ, ਦੇਸ਼ ਦੇ ਅੰਦਰ ਇਹ ਦੇਸ਼ ਦੀ ਪਾਰਲੀਮੈਂਟ ਆ, ਜਿਹੜੇ ਸਟੇਟਾਂ ਦੀਆਂ ਨੇ ਉਹ ਸਟੇਟਾਂ ਦੀਆਂ ਵਿਧਾਨ ਸਭਾ ਨੇ। ਕਿੰਨੀਆਂ ਸਟੇਟਾਂ ਦੀਆਂ ਵਿਧਾਨ ਸਭਾ ਦੇ ਉਦਘਾਟਨ ਹੋਏ ਨੇ ਪਿਛਲੇ 70 ਸਾਲਾਂ ਦੇ ਅੰਦਰ। ਹੁਣੇ ਛੱਤੀਸਗੜ੍ਹ ਦੀ ਜਿਹੜੀ ਆ ਵਿਧਾਨ ਸਭਾ ਦਾ ਉਦਘਾਟਨ ਹੋਇਆ, ਉਸ ਤੋਂ ਪਹਿਲਾਂ ਬਿਹਾਰ ਨੇ ਆਪਣੀ ਨਵੀਂ ਵਿਧਾਨ ਸਭਾ ਬਣਾ ਕੇ ਉਹਦਾ ਉਦਘਾਟਨ ਕੀਤਾ। ਇਸ ਤਰ੍ਹਾਂ ਕਰਕੇ ਕਿੰਨੇ ਨਵਾਂ ਵਿਧਾਨ ਸਭਾ ਕੰਪਲੈਕਸ ਦੇ ਉਦਘਾਟਨ ਹੋਏ। ਉੱਥੇ ਕਿਸੇ ਗਵਰਨਰ ਨੂੰ ਥੋੜਾ ਕਿਹਾ ਗਿਆ ਕਿ ਤੁਸੀਂ ਕਰੋ। ਚੁਣੀ ਹੋਈ ਸਰਕਾਰ, ਇਲੈਕਟਿਡ ਗਵਰਨਮੈਂਟ ਜਿਹੜੀ ਆ ਉਹੀ ਉਦਘਾਟਨ ਕਰੂਗੀ, ਕਿਉਂਕਿ ਇਲੈਕਟਿਡ ਗਵਰਨਮੈਂਟ ਦਾ ਕੰਮ। ਔਰ ਇਹ ਤੇ ਸਿਰਫ ਬਹਾਨਾ ਬਣਾਇਆ ਗਿਆ। ਦੇਖੋ, ਜਿਹੜੇ ਦੇਸ਼ ਦੀ ਸੰਸਦ ਹੈ ਕਿਸੇ ਪਾਰਟੀ ਦਾ ਤੇ ਦਫ਼ਤਰ ਨਹੀਂ ਹੈਗਾ, ਇਹ ਤੇ ਸਾਰਿਆਂ ਦਾ ਸਥਾਨ। ਔਰ ਉਸ ਦੇ ਅੰਦਰ ਕੇਵਲ ਇਸ ਕਰਕੇ ਈਰਖਾ ਵਜੋਂ ਜਾਂ ਇਸ ਕਰਕੇ ਕਿ ਇਹਦਾ ਕ੍ਰੈਡਿਟ ਮਿਲਦਾ ਪਿਆ ਜੀ। ਹੁਣ ਦੇਖੋ, ਜਿਹੜਾ ਬਣਾਏਗਾ ਕ੍ਰੈਡਿਟ ਤੇ ਉਹਨੂੰ ਮਿਲੇਗਾ ਹੀ। ਤੁਹਾਨੂੰ ਲੱਗਦਾ ਕਿ ਬੇਲੋੜਾ ਵਿਰੋਧ ਹੋ ਰਿਹਾ? ਸਭ ਨੂੰ ਹੀ ਪਤਾ ਬੇਲੋੜਾ ਵਿਰੋਧ। ਇਸ ਲੋੜ ਕਿੱਥੇ ਵਿਰੋਧ ਦੀ? ਬਈ ਇਹ ਤੇ ਕੋਈ ਕਿਹਾ ਜਾਵੇ ਕਿ ਜੀ ਇਸ ਤੋਂ ਪਹਿਲਾਂ ਫਲਾਣੀ ਵੇਲੇ ਪਾਰਲੀਮੈਂਟ ਦਾ ਉਦਘਾਟਨ ਰਾਸ਼ਟਰਪਤੀ ਨੇ ਕੀਤਾ, ਇਸ ਤੋਂ ਪਹਿਲਾਂ 2 ਮੌਕੇ ਆਏ। ਇੱਕ ਪਾਰਲੀਮੈਂਟ ਦੀ ਐਨੈਕਸੀ ਬਣੀ, ਠੀਕ ਹੈ, ਅੱਜ ਵੀ ਤੋਂ ਹੀ ਪਾਰਲੀਮੈਂਟ ਦਾ ਨੈਕਸਟ ਹਿੱਸਾ ਹੈ, ਐਨੈਕਸੀ ਬਣੀ, ਉਹਦਾ ਉਦਘਾਟਨ ਵੀ ਖੁਦ ਕੀਤਾ ਪ੍ਰਾਈਮ ਮਿਨਿਸਟਰ ਨੇ। ਇੰਦਰਾ ਗਾਂਧੀ ਨੇ ਕੀਤਾ, ਰਾਜੀਵ ਗਾਂਧੀ ਨੇ ਕੀਤਾ ਤੇ ਠੀਕ ਆ। ਲੇਕਿਨ ਅਗਰ ਅੱਜ ਦੇ ਮੌਜੂਦਾ ਪ੍ਰਧਾਨ ਮੰਤਰੀ ਨਹੀਂ ਰੱਖ ਕੇ ਨਵੀਂ ਬਿਲਡਿੰਗ ਬਣਾ ਕੇ ਉਹਦਾ ਉਦਘਾਟਨ ਕਰਕੇ ਕਹਿੰਦੇ ਨਹੀਂ, ਜੋ ਨਹੀਂ ਅਸੀਂ ਤੁਹਾਨੂੰ ਕਹਾਂਗੇ ਉਹ ਤੁਸੀਂ ਨਹੀਂ ਕਰ ਸਕਦੇ, ਕੋਈ ਰੀਜ਼ਨ ਤੇ ਹੋਣਾ ਚਾਹੀਦਾ ਹੈ ਨਾ। ਅੱਛਾ, ਆਮ ਆਦਮੀ ਪਾਰਟੀ ਦੇ ਆਗੂ ਇਸ ਗੱਲ ਤੇ ਵੀ ਵਿਰੋਧ ਕਰ ਰਹੇ ਸੀ ਕਿ ਇਸ ਨਵੀਂ ਸੰਸਦ ਦੇ ਉਦਘਾਟਨ ਤੋਂ ਕੁਝ ਹੀ ਦਿਨ ਪਹਿਲਾਂ ਜੋ ਸੁਪਰੀਮ ਕੋਰਟ ਦਾ ਫੈਸਲਾ ਸੀ ਉਸ ਨੂੰ ਉਲਟਾਉਣ ਦੇ ਲਈ ਆਰਡੀਨੈਂਸ ਲਿਆਂਦਾ ਗਿਆ, ਤਾਂ ਜਿਹੜੇ ਸੰਵਿਧਾਨ ਦੀ ਗੱਲ ਕੀਤੀ ਜਾ ਰਹੀ ਹੈ ਉਸ ਸੰਵਿਧਾਨ ਨੂੰ ਤਾਂ ਇੱਥੇ ਦਫਨਾਇਆ ਗਿਆ ਹੈ। ਨਹੀਂ, ਚਲੋ ਮੈਂ ਉਹਨਾਂ ਦੀ ਇਸ ਗੱਲ ਨੂੰ ਮੰਨ ਲੈਣਾ। ਫਿਰ ਜਾਂ ਤੇ ਅੱਜ ਤੈਅ ਕਰ ਦੇਣ ਕਿ ਜੀ ਅਸੀਂ ਤੇ ਸੰਵਿਧਾਨ ਇਸ ਕਿਉਂਕਿ ਇੱਥੇ ਦਫਨਾਇਆ ਗਿਆ ਇਸ ਕਰਕੇ ਅਸੀਂ ਨਹੀਂ ਜਾਣਾ ਇਸ ਬਿਲਡਿੰਗ ਅੰਦਰ। ਫਿਰ ਇਹ ਨਾ ਸਿਰਫ ਉਦਘਾਟਨ ਤੱਕ ਨਾ ਵਿਰੋਧ ਦਿਖਾਉਣ। ਵਿਰੋਧ ਕੀ ਹੁੰਦਾ? ਵਿਰੋਧ ਦਾ ਮਤਲਬ ਹੁੰਦਾ ਹੈ ਕਿ ਮੈਂ ਇਹਨੂੰ ਨਹੀਂ ਮੰਨਦਾ, ਫਿਰ ਨਾ ਮੰਨੋ। ਕੱਲ ਤੇ ਤੁਸੀਂ ਮੰਨਣ ਵੀ ਪਹੁੰਚ ਜਾਣਾ ਉੱਥੇ। ਮਤਲਬ ਮੈਂ ਤਾਂ ਹੀ ਤੁਹਾਨੂੰ ਕਹਿ ਰਿਹਾ ਕਿ ਸਿਰਫ ਔਰ ਸਿਰਫ ਬਹਾਨਾ ਹੈ, ਸਿਰਫ ਲੋਕਾਂ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਹੈ। ਇੱਕ ਪਾਸੇ ਤੁਸੀਂ ਕਹਿ ਰਹੇ ਅਸੀਂ ਵਿਰੋਧ ਇਸ ਕਰਕੇ ਕਰਦੇ ਪਏ ਹਾਂ ਰਾਸ਼ਟਰਪਤੀ ਨੂੰ ਬੁਲਾਇਆ, ਦੂਜੇ ਪਾਸੇ ਵਿਰੋਧ ਅਸੀਂ ਇਸ ਕਰਕੇ ਕਰਦੇ ਪਏ ਹਾਂ ਕਿਉਂਕਿ ਜੀ ਇਹਦੇ ਅੰਦਰ ਸਾਡਾ ਜੀ ਆਰਡੀਨੈਂਸ ਪਾਸ ਕਰਕੇ ਸਾਡਾ ਕਾਨੂੰਨ ਸਾਡਾ ਸਟੇਟ ਦਾ ਕਰਤਾ। ਪਹਿਲੀ ਗੱਲ ਹੈ, ਜਾਂ ਤੇ ਸਟੇਟ ਦੇ ਕੋਲ ਪਿਛਲੇ 70 ਸਾਲਾਂ 'ਚ ਕਿਸੇ ਵੇਲੇ ਦੱਸ ਦੇਣ ਕਿ ਕਦੋਂ ਇਹ ਅਧਿਕਾਰ ਸੀਗੇ ਜਿਹੜੇ ਲੈਣਾ ਚਾਹੁੰਦੇ ਨੇ ਜੀ। ਇਸ ਤੋਂ ਪਹਿਲਾਂ ਸ਼ੀਲਾ ਦੀਕਸ਼ਿਤ ਜੀ 15 ਸਾਲ ਰਹੇ ਨੇ, ਕਿਆ ਉਹਨਾਂ ਕੋਲ ਸੀਗੇ? ਨਹੀਂ ਸੀਗੇ। ਸੈਫ ਸਿੰਘ ਵਰਮਾ ਜੀ ਰਹੇ, ਉਹਨਾਂ ਕੋਲ ਸੀਗੇ? ਨਹੀਂ ਸੀਗੇ। ਮਤਲਬ ਖੁਰਾਣਾ ਜੀ ਕੋਲ ਸੀਗੇ? ਨਹੀਂ ਸੀਗੇ। ਅਰਵਿੰਦ ਕੇਜਰੀਵਾਲ ਜੀ ਨੇ ਜਿਹਨੂੰ ਚੁਣਾਵ ਲੜਿਆ, ਕਿਆ ਉਦੋਂ ਇਹ ਅਧਿਕਾਰ ਸੀਗੇ? ਨਹੀਂ ਸੀਗੇ। ਅਰੇ ਬਈ, ਜਿਨ੍ਹਾਂ ਨੇ ਸੰਵਿਧਾਨ ਬਣਾਇਆ ਉਹਨਾਂ ਨੂੰ ਪਤਾ ਸੀ ਕਿ ਦੇਸ਼ ਦੀ ਰਾਜਧਾਨੀ ਆ ਇਹ, ਯੂਨੀਅਨ ਟੈਰੀਟਰੀ ਖਾਲੀ ਨਹੀਂ, ਦੇਸ਼ ਦੀ ਰਾਜਧਾਨੀ ਆ। ਔਰ ਦੇਸ਼ ਦੀ ਰਾਜਧਾਨੀ ਦੇ ਕਾਨੂੰਨ ਜਿਹੜੇ ਉਹ ਵੱਖਰੇ ਹੋਣੇ ਚਾਹੀਦੇ ਨੇ। ਇਹਦੇ ਅੰਦਰ ਕੋਈ ਗਲਤ ਗੱਲ ਹੈਗੀ ਨਹੀਂ। ਅੱਛਾ, ਇੱਕ ਵਿਰੋਧ ਤਾਂ ਇਹ ਹੋ ਰਿਹਾ ਕਿ ਰਾਸ਼ਟਰਪਤੀ ਤੋਂ ਉਦਘਾਟਨ ਕਰਾਇਆ ਜਾਣਾ ਚਾਹੀਦਾ ਸੀ। ਦੂਸਰਾ ਇਹ ਵੀ ਕਿਹਾ ਜਾ ਰਿਹਾ ਕਿ ਰਾਸ਼ਟਰਪਤੀ ਨੂੰ ਸੱਦਾ ਵੀ ਨਹੀਂ ਦਿੱਤਾ ਗਿਆ। ਨਹੀਂ, ਰਾਸ਼ਟਰਪਤੀ ਨੂੰ ਸੱਦਾ ਕਿਸ ਕੈਪੈਸਿਟੀ 'ਚ ਹੋਊਗਾ? ਰਾਸ਼ਟਰਪਤੀ ਨੂੰ ਜਿੱਥੇ ਰਾਸ਼ਟਰਪਤੀ ਹੋਣਗੇ ਉੱਥੇ ਪ੍ਰਧਾਨ ਮੰਤਰੀ ਨਹੀਂ ਹੋਣਗੇ। ਇਹ ਇੱਕ ਚੁਣੀ ਹੋਈ ਸਰਕਾਰ ਦਾ ਸਥਾਨ ਆ। ਇੱਥੇ ਰਾਸ਼ਟਰਪਤੀ ਜੀ ਨੇ ਆ ਕੇ ਜਾਂ ਕਦੀ ਕਿਸੇ ਗਵਰਨਰ ਨੇ ਆ ਕੇ ਨਹੀਂ ਇੱਥੇ ਬੋਲਣਾ। ਇੱਥੇ ਭਾਵੇਂ ਚੁਣੇ ਹੋਏ ਪ੍ਰਧਾਨ ਮੰਤਰੀ ਹੋਣ ਜਾਂ ਆਪੋਜੀਸ਼ਨ ਹੋਵੇ, ਇੱਥੇ ਇਹ ਮੈਂਬਰ ਪਾਰਲੀਮੈਂਟ ਦਾ ਸਥਾਨ ਹੈ। ਰਾਸ਼ਟਰਪਤੀ ਭਵਨ ਨਹੀਂ ਹੈਗਾ ਜੀ, ਇਹ ਸੰਸਦ ਭਵਨ ਆ। ਪਰ ਮਤਲਬ ਜਾਣ ਬੁੱਝ ਕੇ ਅਗਰ ਐਸਾ ਗੱਲ ਕਰਨਾ ਚਾਹਣਗੇ ਤਾਂ ਕੋਈ ਸੋਲੂਸ਼ਨ ਨਹੀਂ ਹੈਗਾ ਜੀ। ਮਤਲਬ ਇਹ ਤੇ ਜਾਣ ਬੁੱਝ ਕੇ ਗੱਲ ਹੋ ਗਈ ਕਿ ਹਾਂ ਨਾਚਣਾ ਆਏ ਆਂਗਣ ਟੇਢਾ, ਮੈਂ ਤੇ ਜ਼ਬਰਦਸਤੀ ਲੜਨਾ ਹੈ। ਫਿਰ ਜ਼ਬਰਦਸਤੀ ਲੜਨਾ ਤੇ ਕੋਈ ਰੋਕ ਨਹੀਂ ਤੁਹਾਨੂੰ ਸਕਦਾ। ਇਹ ਕੋਈ ਸੰਸਦ ਭਵਨ ਨਹੀਂ ਹੈਗਾ, ਇਹ ਸੰਸਦ ਭਵਨ ਹੈ, ਕੋਈ ਰਾਸ਼ਟਰਪਤੀ ਭਵਨ ਨਹੀਂ ਹੈਗਾ ਜਿਹਦਾ ਰਾਸ਼ਟਰਪਤੀ ਜੀ ਨੂੰ ਨਹੀਂ। ਇਹ ਸੰਸਦ ਭਵਨ ਆ, ਸੰਸਦਾਂ ਦੇ ਵਾਸਤੇ ਆ। ਪ੍ਰਧਾਨ ਮੰਤਰੀ ਲੀਡਰ ਆਫ ਆਪੋਜੀਸ਼ਨ, ਇਹ ਲੀਡਰ ਆਫ ਹਾਊਸ ਕਿਹਾ ਜਾਂਦਾ। ਲੀਡਰ ਆਫ ਹਾਊਸ ਕੌਣ ਆ? ਪ੍ਰਧਾਨ ਮੰਤਰੀ ਦਾ ਲੀਡਰ ਆਫ ਹਾਊਸ, ਉਹਦਾ ਲੀਡਰ ਆਫ ਆਪੋਜੀਸ਼ਨ ਜਿਹੜਾ ਆਪੋਜੀਸ਼ਨ ਦੇ ਨੇ ਲੀਡਰ ਹੋਣਗੇ ਉਹ ਲੀਡਰ ਆਫ ਆਪੋਜੀਸ਼ਨ ਆ। ਇਹ ਦੋ ਹੀ ਲੋਕਾਂ ਦਾ ਸਥਾਨ ਆ, ਲੀਡਰ ਆਫ ਹਾਊਸ ਐਂਡ ਲੀਡਰ ਆਫ ਆਪੋਜੀਸ਼ਨ। ਇੱਥੇ 2 ਹਾਊਸਿਸ ਨੇ, ਲੋਅਰ ਹਾਊਸ ਆ, ਅਪਰ ਹਾਊਸ ਆ। ਅਪਰ ਹਾਊਸ ਰਾਜ ਸਭਾ ਰਿਪਰੈਜ਼ੈਂਟ ਕਰਦਾ ਹੈ, ਲੋਅਰ ਹਾਊਸ ਲੋਕ ਸਭਾ ਰਿਪਰੈਜ਼ੈਂਟ ਕਰਦਾ ਹੈ। ਲੋਕ ਸਭਾ ਦਾ ਜਿਹੜਾ ਲੀਡਰ ਹੈ ਉਹ ਦੇਸ਼ ਦੇ ਪ੍ਰਧਾਨ ਮੰਤਰੀ ਆ। ਲੀਡਰ ਆਫ ਆਪੋਜੀਸ਼ਨ ਜਿਹੜੇ ਨੇ ਉਹ ਖੜ ਗਏ ਨੇ। ਇਹ ਬੜਾ ਕਲੈਰਿਟੀ 'ਚ ਗੱਲਾਂ ਨੇ। ਉਹ ਜਾਣ ਬੁੱਝ ਕੇ ਅਗਰ ਉਹਨਾਂ ਗੱਲਾਂ ਨੂੰ ਬਦਲਣਾ ਚਾਹਣਗੇ ਤਾਂ ਕੋਈ ਸੋਲੂਸ਼ਨ ਨਹੀਂ ਹੈਗਾ। ਮੈਂ ਤਾਂ ਤੁਹਾਨੂੰ ਬੜਾ ਸੰਖੇਪ 'ਚ ਗੱਲ ਕਹੀ ਕਿ ਦੇਖੋ, ਇਹ ਰਾਸ਼ਟਰਪਤੀ ਭਵਨ ਆ, ਸੌਰੀ ਸੰਸਦ ਭਵਨ ਆ, ਇਹ ਦੇਸ਼ ਦੀ ਸੰਸਦ ਆ। ਜਿਹੜੀ ਸੂਬੇ ਦੀ ਸੰਸਦ ਆ, ਅਗਰ ਇਹੀ ਕਾਨੂੰਨ ਹੋਵੇ ਤੇ ਫਿਰ ਸੂਬੇ ਦੀਆਂ ਇੰਨੇ ਜਿਹੜੇ ਵਿਧਾਨ ਸਭਾ ਦੇ ਉਦਘਾਟਨ ਹੋਏ ਨੇ ਜਿਹਨੂੰ ਸਟੇਟ ਪਾਰਲੀਮੈਂਟ ਕਿਹਾ ਜਾਂਦਾ ਹੈ,
ਜਦੋਂ ਸਟੇਟ ਪਾਰਲੀਮੈਂਟ ਦੇ ਉਦਘਾਟਨ ਹੋਏ, ਕਿਆ ਕਿਸੇ ਨੇ ਸਟੇਟ ਪਾਰਲੀਮੈਂਟ ਦੇ ਉਦਘਾਟਨ 'ਚ ਗਵਰਨਰ ਤੋਂ ਉਦਘਾਟਨ ਕਰਾਇਆ ਹੈ? ਇੱਕ ਨਾਮ ਦੱਸ ਦੇਣ ਜਦੋਂ ਸਟੇਟ ਪਾਰਲੀਮੈਂਟ ਦਾ ਗਵਰਨਰ ਤੋਂ ਉਦਘਾਟਨ ਹੋਇਆ ਹੋਵੇ, ਤੇ ਫਿਰ ਨੈਸ਼ਨਲ ਪਾਰਲੀਮੈਂਟ ਦਾ ਉਦਘਾਟਨ ਰਾਸ਼ਟਰਪਤੀ ਤੋਂ ਕਿਵੇਂ ਹੋ ਸਕੇ ਜੀ? ਮੈਂ ਤੇ ਬੜਾ ਫਿਰ ਦੁਬਾਰਾ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ ਹੈ ਕਿ ਇਸ ਵੇਲੇ ਮੇਰਾ ਖਿਆਲ 12 ਨਵੇਂ ਸਟੇਟ ਪਾਰਲੀਮੈਂਟ ਬਣ ਚੁੱਕੀਆਂ ਨੇ। ਜਿਵੇਂ ਬਿਹਾਰ ਨੇ ਆਪਣੀ ਨਵੀਂ ਬਣਾਈ ਆ, ਉੱਤਰਾਖੰਡ 'ਚ ਨਵੀਂ ਬਣੀ ਆ, ਛੱਤੀਸਗੜ੍ਹ 'ਚ ਨਵੀਂ ਬਣੀ ਆ, ਝਾਰਖੰਡ 'ਚ ਨਵੀਂ ਬਣੀ ਆ, ਤੇਲੰਗਾਨਾ 'ਚ ਨਵੀਂ ਬਣੀ ਆ, ਆਂਧਰਾ 'ਚ ਤਾਂ ਜਿਹੜੀਆਂ ਬਣੀਆਂ ਨੇ ਇਹਨਾਂ ਪਾਰਲੀਮੈਂਟ ਜਿਹੜੀ ਸਟੇਟ ਪਾਰਲੀਮੈਂਟ ਹਾਊਸਿਸ ਨੇ, ਕਿਆ ਕਿਸੇ ਗਵਰਨਰ ਨੇ ਉਹੀ ਅਹੁਦਾ ਗਵਰਨਰ ਦਾ ਹੈ ਜੋ ਕੇਂਦਰ ਦੇ ਅੰਦਰ ਰਾਸ਼ਟਰਪਤੀ ਦਾ, ਸਟੇਟ ਅੰਦਰ ਗਵਰਨਰ ਦਾ ਹੈ? ਔਰ ਅਗਰ ਐਸਾ ਕੋਈ ਕਾਨੂੰਨ ਹੋਵੇ, ਮੈਂ ਮੰਨ ਲੈਣਾ ਹੈ, ਤੇ ਫਿਰ ਅੱਜ ਤੱਕ ਦੇਸ਼ ਦੇ 70 ਸਾਲ ਅੰਦਰ ਕਿਉਂ ਕਿਸੇ ਗਵਰਨਰ ਨੇ ਕਿਸੇ ਵੀ ਭਵਨ ਦਾ ਉਦਘਾਟਨ ਨਹੀਂ ਕੀਤਾ? ਜਾਣਕਾਰੀ ਦੇ ਦੇਣ। ਜਿੱਦਣ ਨੀਂਹ ਪੱਥਰ ਰੱਖਿਆ ਸੀਗਾ ਉਦੋਂ ਤੁਹਾਨੂੰ ਇਤਰਾਜ਼ ਨਹੀਂ ਸੀ, ਜਿੰਨੇ ਨੀਂਹ ਪੱਥਰ ਰੱਖਿਆ ਉਦਘਾਟਨ ਨਾ ਕਰੇ। ਔਰ ਹੈਰਾਨਗੀ ਇਸ ਗੱਲ ਦੀ ਆ, ਪ੍ਰੋਬਲਮ ਕਿੱਥੇ ਹੋਈ? ਪ੍ਰੋਬਲਮ ਇਹ ਹੋਈ, ਮੈਸੇਜ ਇਹ ਜਾਣ ਲੱਗ ਪਿਆ ਕਿ ਕਿਸੇ ਨੇ 70 ਸਾਲ 'ਚ ਕੰਮ ਕੀਤਾ ਹੀ ਨਹੀਂ ਯਾਰ, ਕਿਸੇ ਨੇ ਸੋਚਿਆ ਹੀ ਨਹੀਂ ਕਿ ਅਸੀਂ ਇੱਕ ਜਿਹੜੀ ਗੋਰਿਆਂ ਦੀ ਦਿੱਤੀ ਹੋਈ ਪਾਰਲੀਮੈਂਟ ਉਹਦੇ 'ਚ ਬੈਠੇ ਆ, ਇਹ ਕਦੀ ਕਿਸੇ ਨੇ ਸੋਚਿਆ ਹੀ ਨਹੀਂ। ਲੇਕਿਨ ਇਸ ਨੂੰ ਲੈ ਕੇ ਪਿਛਲੇ ਦਿਨਾਂ ਜਦੋਂ ਚਰਚਾ ਹੋਈ, ਅਕਾਲੀ ਦਲ ਦੇ ਆਗੂ ਤਾਂ ਇਹ ਵੀ ਕਹਿੰਦੇ ਨਜ਼ਰ ਆਏ ਸੀ ਕਿ ਇਸ ਦਾ ਫੈਸਲਾ ਤਾਂ ਕਾਂਗਰਸ ਵੇਲੇ ਹੀ ਹੋ ਗਿਆ ਸੀ ਕਿ ਨਵੀਂ ਸੰਸਦ ਭਵਨ ਦਾ ਨਿਰਮਾਣ ਹੋਣਾ ਚਾਹੀਦਾ ਹੈ ਜਾਂ ਉਸ ਦੀ ਜ਼ਰੂਰਤ ਹੈ। ਨਹੀਂ, ਅੱਛੀ ਗੱਲ ਆ, ਡੈਫੀਨੇਟਲੀ ਉਹਨਾਂ ਨੇ ਵੀ ਕੀਤਾ ਹੋਊਗਾ, ਇਹਦੇ 'ਚ ਕੋਈ ਮਾੜੀ ਗੱਲ ਨਹੀਂ ਹੈਗੀ। ਉਹਨਾਂ ਨੇ ਵੀ ਸੋਚਿਆ ਹੋਊਗਾ ਔਰ ਸੋਚਣਾ ਚਾਹੀਦਾ ਸੀ, ਉਹ ਨਹੀਂ ਬਣਾ ਸਕੇ, ਉਹਨਾਂ ਦੀ ਬਦਕਿਸਮਤੀ ਆ ਜੀ। ਮੈਂ ਤਾਂ ਕਹਿੰਦਾ ਬਿਲਕੁਲ ਉਹਨਾਂ ਦੇ ਵੇਲੇ ਬਣ ਜਾਣੀ ਚਾਹੀਦੀ ਸੀਗੀ, 70 ਸਾਲ ਪਹਿਲਾਂ ਵੀ ਬਣ ਜਾਣੀ ਚਾਹੀਦੀ ਸੀ। ਚਲੋ ਉਹਨਾਂ ਨੇ ਸੋਚਿਆ, ਇਸ ਗੱਲ ਦੀ ਵਧਾਈ ਦੇ ਪਾਤਰ ਨੇ, ਨਹੀਂ ਬਣਾ ਸਕੇ ਕੋਈ ਗੱਲ ਨਹੀਂ, ਪਰ ਫਿਰ ਅੱਜ ਵਿਰੋਧ ਕਿਉਂ ਕਰ ਰਹੇ ਨੇ ਜਦੋਂ ਉਹਨਾਂ ਨੇ ਖੁਦ ਹੀ ਸੋਚਿਆ ਸੀ ਜੀ? ਕੱਲ ਨਤੀਸ਼ ਕੁਮਾਰ ਜੀ ਉਹਨਾਂ ਦੇ ਸਾਥੀ ਕਹਿ ਰਹੇ ਸੀਗੇ ਕਿ ਇਹਦੀ ਜ਼ਰੂਰਤ ਹੀ ਨਹੀਂ ਸੀਗੀ। ਕੀ ਜ਼ਰੂਰਤ ਸੀ ਨਵੀਂ ਪਾਰਲੀਮੈਂਟ ਬਣਾਉਣ ਦੀ? ਹੁਣ ਗੱਲ ਤੇ ਹੈ ਨਾ ਕਿ ਜਦੋਂ ਤੁਹਾਡੀ ਸੋਚ ਹੀ ਉਹ 70 ਤੱਕ ਖਤਮ ਹੋ ਗਈ, ਅਗਰ ਤੁਹਾਡੀ ਬਿਹਾਰ ਦੇ ਅੰਦਰ ਨਵੀਂ ਵਿਧਾਨ ਸਭਾ ਬਣ ਚੁੱਕੀ ਆ ਲੇਕਿਨ ਦੇਸ਼ ਦੀ ਆਪਣੀ ਪਾਰਲੀਮੈਂਟ ਨਾ ਹੋਵੇ, ਇਹ ਵੀ ਮੈਨੂੰ ਬੜੀ ਹੈਰਾਨਗੀ ਹੈ। ਸੋ ਗੱਲ ਹੈ, ਵਿਰੋਧ ਕਰਨ ਵਾਸਤੇ ਵਿਰੋਧ ਕਰਨਾ ਇੱਕ ਗੱਲ ਹੁੰਦੀ ਆ, ਕਿਸੇ ਗੱਲ ਦੇ ਉੱਤੇ ਕਾਰਨ ਹੋਵੇ, ਜਿਸ ਕਾਰਨ ਨੂੰ ਲੈ ਕੇ ਯਾਰ ਸਾਡਾ ਆਹ ਕਾਰਨ ਆ, ਜਿਸ ਦਿਨ ਨੀਂਹ ਪੱਥਰ ਰੱਖਿਆ ਸੀਗਾ ਉਸ ਦਿਨ ਕਿਉਂ ਨਹੀਂ ਕਿਸੇ ਕਾਂਗਰਸ ਨੇ ਕਿਹਾ, ਕਿਸੇ ਲੀਡਰ ਨੇ ਕਿਹਾ ਕਿ ਰਾਸ਼ਟਰਪਤੀ ਰੱਖਣਾ ਚਾਹੀਦਾ ਜੀ ਨੀਂਹ ਪੱਥਰ? ਤੇ ਜੇ ਪ੍ਰਧਾਨ ਮੰਤਰੀ ਨੇ ਜਿਸ ਚੀਜ਼ ਦਾ ਨੀਂਹ ਪੱਥਰ ਰੱਖ ਸਕਦਾ ਹੈ ਤੇ ਉਹਦਾ ਉਦਘਾਟਨ ਪ੍ਰਧਾਨ ਮੰਤਰੀ ਕਿਉਂ ਨਹੀਂ ਕਰੂਗਾ? ਔਰ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਲੀਡਰ ਆਫ ਹਾਊਸ ਕੌਣ ਆ ਪਾਰਲੀਮੈਂਟ ਦਾ? ਹੂ ਇਜ਼ ਦ ਲੀਡਰ ਆਫ ਹਾਊਸ? ਲੀਡਰ ਆਫ ਹਾਊਸ ਪ੍ਰਧਾਨ ਮੰਤਰੀ ਨੇ ਪਾਰਲੀਮੈਂਟ ਦੇ ਜੀ। ਕਿਉਂ ਇਸ ਨੂੰ ਮਿਸਲੀਡ ਕਰ ਰਹੇ ਨੇ ਲੋਕਾਂ ਨੂੰ? ਸਿੱਧੀ ਤਰ੍ਹਾਂ ਕਹੋ ਕਿ ਸਾਨੂੰ ਜਲਨ ਹੋ ਰਹੀ ਆ, ਸਿੱਧੀ ਤਰ੍ਹਾਂ ਕਹੋ ਸਾਨੂੰ ਈਰਖਾ ਹੋ ਰਹੀ ਆ, ਸਾਨੂੰ ਲੱਗਦਾ ਪਿਆ ਕਿ ਯਾਰ ਮੌਕਾ ਸਾਨੂੰ ਨਹੀਂ ਹੱਥ ਆਇਆ, ਸਿੱਧੀ ਤਰ੍ਹਾਂ ਕਹੋ ਲੋਕਾਂ ਨੂੰ। ਹੁਣ ਮੈਂ ਦੇਖ ਲਿਆ, ਤੁਸੀਂ ਦੇਖਿਆ ਟੀਵੀ ਤੇ ਆਰਜੇਡੀ ਨੇ ਕੀ ਕੀਤਾ? ਆਰਜੇਡੀ ਨੇ ਤਬੂਤ ਦੀ ਫੋਟੋ ਪਾਈ ਆ ਪਾਰਲੀਮੈਂਟ ਦੇ ਨਾਲ, ਤਬੂਤ ਦੀ ਫੋਟੋ। ਮੈਂ ਜ਼ਰੂਰ ਚਾਹੂੰਗਾ ਤੁਸੀਂ ਲੋਕਾਂ ਨੂੰ ਉਹਨਾਂ ਦਾ ਆਰਜੇਡੀ ਦਾ ਜਿਹੜਾ ਟਵਿੱਟਰ ਹੈਂਡਲ, ਅਗਰ ਆਰਜੇਡੀ ਟਾਈਪ ਕਰੋਗੇ ਉਸ ਟਵਿੱਟਰ ਹੈਂਡਲ ਤੇ ਤੁਸੀਂ ਫੋਟੋ ਦੇਖੋਗੇ ਜੀ। ਹੁਣ ਵਿਰੋਧ ਕਰਦੇ 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 ਕਿੱਥੋਂ ਤੱਕ ਪਹੁੰਚ ਗਏ? ਕਿਉਂਕਿ ਹੁੰਦਾ ਕੀ ਆ, ਜੋ ਤੁਸੀਂ ਵਿਰੋਧ ਕਰਨ ਲੱਗਦੇ ਜੇ ਨਾ, ਤੁਸੀਂ ਸ਼ੁਰੂਆਤ ਕਿਸੇ ਗੱਲ ਤੋਂ ਕਰਦੇ ਪਰ ਤੁਹਾਡੀ ਮਜਬੂਰੀ ਹੋ ਜਾਂਦੀ, ਉਸ ਵਿਰੋਧ ਦਾ ਅੰਤ ਨਹੀਂ ਹੋ ਰਿਹਾ। ਹੁਣ ਵਿਰੋਧ ਦਾ ਅੰਤ ਕਰਦੇ ਕਰਦੇ ਪਹਿਲਾਂ ਮੋਦੀ ਦਾ ਵਿਰੋਧ ਕਰ ਰਹੇ ਸੀ, ਫਿਰ ਪਾਰਲੀਮੈਂਟ ਦਾ ਕਰ ਲਏ ਸੀ, ਫਿਰ ਉਹ ਸੰਗੋਲ ਦਾ ਕਰਨ ਲੱਗ ਪਏ, ਫਿਰ ਸੰਗੋਲ ਦਾ ਕਰਦੇ ਕਰਦੇ ਹੁਣ ਪਾਰਲੀਮੈਂਟ ਨੂੰ ਤਬੂਤ ਨਾਲ ਲਾ ਕੇ ਫੋਟੋ ਪਾਤੀ, ਕਹਿੰਦੀ ਇਹ ਕਿਹਾ ਹੈ? ਮਤਲਬ ਤੁਸੀਂ ਕਿਸ ਹੱਦ ਤੱਕ ਜਾਓਗੇ? ਦੇਖੋ, ਆਪਾਂ ਸਭ ਨੂੰ ਫਕਰ ਹੋਣਾ ਚਾਹੀਦਾ ਹੈ, ਇਹ ਦੇਸ਼ ਦਾ ਪਾਰਲੀਮੈਂਟ ਆ, ਅਸੀਂ ਦੇਸ਼ ਦਾ ਮੁਲਕ ਆਜ਼ਾਦ ਹੋਇਆ, ਸਾਡੇ ਵੱਡੇ ਵਡੇਰਿਆਂ ਨੇ ਸ਼ਹਾਦਤਾਂ ਦੇ ਕੇ ਆਜ਼ਾਦ ਕਰਾਇਆ, ਤੇ ਹੋਇਆ ਨਹੀਂ। ਅੱਜ ਜਦੋਂ ਆਪਣਾ ਪਾਰਲੀਮੈਂਟ ਵੀ ਆ, ਭਾਵੇਂ ਉੱਥੇ ਕਾਨੂੰਨ ਬਣਦਾ ਸੀ, ਪਰ ਕਾਨੂੰਨ ਬਣਨ ਵਾਲੇ ਲੋਕ ਵੀ ਇਹ ਜਾਣਦੇ ਸੀ ਕਾਨੂੰਨ ਅਸੀਂ ਬਣਾ ਰਹੇ ਹਾਂ ਲੇਕਿਨ ਪਾਰਲੀਮੈਂਟ ਅਸੀਂ ਨਹੀਂ ਬਣਾਈ, ਪਾਰਲੀਮੈਂਟ ਸਾਡੀ ਆਪਣੀ ਹੈ। ਇਹ ਕਲੋਨੀਅਲ ਜਿਹੜੀ ਸਾਡਾ ਪਾਸਟ ਸੀ ਉਹਨੂੰ ਰਿਪਰੈਜ਼ੈਂਟ ਕਰਦੀ ਆ। ਜਦੋਂ ਅੰਦਰ ਆਵਾਜ਼ਾਂ ਗੂੰਜਦੀਆਂ ਹੋਣਗੀਆਂ ਤਾਂ ਜ਼ਰੂਰ ਇਹ ਆਵਾਜ਼ ਆਉਂਦੀ ਹੋਊਗੀ ਕਿ ਜਿੰਨਾ ਮਰਜ਼ੀ ਉੱਚੀ ਉੱਚੀ ਬੋਲ ਲਓ, ਪਰ ਇਹ ਪਾਰਲੀਮੈਂਟ ਤੁਹਾਡੀ ਬਣਾਈ ਹੋਈ ਨਹੀਂ, ਤੁਸੀਂ ਬੈਠੇ ਉਹਨਾਂ ਦੀ ਪਾਰਲੀਮੈਂਟ ਦੇ ਅੰਦਰ ਜਿਹੜੀ ਉਹਨਾਂ ਵੱਲੋਂ ਬਣਾਈ ਗਈ ਸੀ, ਜਿਹੜੀ ਕਲੋਨੀਅਲ ਪਾਸਟ ਨੂੰ ਰਿਪਰੈਜ਼ੈਂਟ ਕਰਦੀ ਹੈ। ਅੱਜ ਤੁਹਾਡੀ ਮੁਲਕ ਦੀ ਆਪਣੀ ਪਾਰਲੀਮੈਂਟ ਆ, ਤੁਹਾਨੂੰ ਫਕਰ ਹੋਣਾ ਚਾਹੀਦਾ। ਦੇਸ਼ ਦਾ ਕੋਈ ਬਾਹਰੋਂ ਦੁਨੀਆ ਦਾ ਆਦਮੀ ਆਏਗਾ, ਆ ਕੇ ਕਹੇਗਾ ਕਿ ਯਾਰ ਇਹ ਤਾਂ ਦੇਖੋ ਬਹੁਤ ਵੱਡੀ ਗੱਲ ਆ, ਭਾਰਤ ਦੇਸ਼ ਨੇ ਦੇਖੋ ਆਪਣੀ ਪਾਰਲੀਮੈਂਟ ਖੜੀ ਕੀਤੀ ਹੈ, ਉਹਨਾਂ ਦੀ ਪਾਰਲੀਮੈਂਟ ਖਲੋ ਕੇ ਨਹੀਂ ਆਪਣੀ ਪਾਰਲੀਮੈਂਟ ਖਲੋ ਕੇ ਗੱਲ ਕਰਦੇ ਪਏ, ਕਿੰਨੀ ਵੱਡੀ ਆਪਣੇ ਲਈ ਫਖਰ ਦੀ ਗੱਲ ਆ। ਔਰ ਤੁਸੀਂ ਇਸੇ ਇਤਿਹਾਸਿਕ ਪੱਲੇ ਨੂੰ, ਇਹ ਲੋਕਤੰਤਰ ਦਾ ਮੰਦਰ ਆ। ਮੈਂ ਵੈਸੇ ਇਸ ਗੱਲ ਦੀ ਵਧਾਈ ਦਿੰਦਾ ਅਕਾਲੀ ਦਲ ਨੂੰ, ਉਹਨਾਂ ਨੇ ਜ਼ਰੂਰ ਦੂਰਅੰਦੇਸ਼ੀ ਸੋਚਿਆ, ਹਮੇਸ਼ਾ ਹਰ ਗੱਲ ਅੰਦਰ ਵਿਰੋਧ ਨਹੀਂ ਕਰਨਾ ਚਾਹੀਦਾ, ਵਿਰੋਧ ਦਾ ਕੋਈ ਪਰਪਸ ਹੋਣਾ ਚਾਹੀਦਾ। ਮੈਂ ਇਸ ਗੱਲ ਦੀ ਵਧਾਈ ਦਿੰਦਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੂੰ ਜਾਂ ਬਾਕੀ ਲੋਕਾਂ ਨੂੰ ਜਿਨ੍ਹਾਂ ਨੇ ਸੋਚ ਚੰਗੀ ਰੱਖੀ ਹੈ ਕਿ ਆਪਾਂ ਹਰ ਵੇਲੇ ਵਿਰੋਧ ਕਰੀ ਚਾਹੀਏ, ਵਿਰੋਧ ਵਾਸਤੇ ਵਿਰੋਧ ਕਰੀ ਚਾਹੀਏ। ਲੋਕ ਵੀ ਕਹਿੰਦੇ ਨੇ ਯਾਰ ਕੀ ਕਰਦੇ ਪਏ। ਹੁਣ ਅੱਜ ਜਿਹਨਾਂ ਪਾਰਟੀਆਂ ਵਿਰੋਧ ਕੀਤਾ, ਆਰਜੇਡੀ, ਸ਼ਿਵ ਸੈਨਾ, ਜਨਤਾ ਦਲ ਯੂਨਾਈਟਿਡ, ਇਹ ਕਿਆ ਲੋਕ ਹੁਣ ਕੱਲ ਤੋਂ ਬਾਅਦ ਇਸ ਪਾਰਲੀਮੈਂਟ 'ਚ ਨਹੀਂ ਆਉਣਗੇ? ਕਿੰਨੇ ਵਿਪਕਸ਼ੀ ਪਾਰਟੀਆਂ ਨੇ, TDP BJP ਦੀ ਵਿਪਕਸ਼ੀ ਪਾਰਟੀ, ਉਹਨੇ ਕਹਿੰਦੀ ਇਹ ਗਲਤ ਹੈਗਾ।
ਉੜੀਸਾ 'ਚ YSR ਜਿਹੜੀ ਆ ਉੱਥੋਂ ਦੀ ਆਂਧਰਾ ਪ੍ਰਦੇਸ਼ ਦੀ ਪਾਰਟੀ, ਉਹਨੇ ਕਿਹਾ ਨਹੀਂ ਇਹ ਗਲਤ ਆ, ਅਸੀਂ ਇਹ ਕੰਮ ਨਹੀਂ ਕਰ ਸਕਦੇ। JDS ਨੇ ਕਿਹਾ ਨਹੀਂ ਇਹ ਗਲਤ ਆ, ਪਾਰਲੀਮੈਂਟ ਸਭ ਦੀ ਸਾਂਝੀ ਆ, ਅਸੀਂ ਇਹ ਕੰਮ ਨਹੀਂ ਕਰਾਂਗੇ। ਕਿੰਨੀਆਂ ਲੋਕ ਸ਼ਕਤੀ ਜਨਤਾ ਪਾਰਟੀ ਆ ਜਾਂ ਤੁਹਾਡੀ ਮਾਇਆਵਤੀ ਦੀ ਪਾਰਟੀ, ਕਿੰਨੀਆਂ ਹੋਰ ਪਾਰਟੀਆਂ ਐਸੀਆਂ ਰਹੀਆਂ ਨੇ ਜਿਹੜੇ ਵਿਰੋਧ 'ਚ ਖੜੀਆਂ ਨੇ, ਪਾਰਟੀਆਂ BJP ਨਾਲ ਨਹੀਂ ਹੈਗੀਆਂ, ਪਰ ਵਿਰੋਧ ਹੋਣ ਦੇ ਬਾਵਜੂਦ ਪਾਰਲੀਮੈਂਟ ਦੇ ਵਿਰੋਧ 'ਚ ਨਹੀਂ ਆਏ। ਯਾਰ ਇਹ ਤੇ ਪਾਰਲੀਮੈਂਟ ਸਭ ਦੀ ਸਾਂਝੀ, ਇਹਦੇ 'ਚ ਆਪਾਂ ਕਿਉਂ ਵਿਰੋਧ ਕਰਦੇ ਪਏ? ਵਿਰੋਧ ਤੇ ਬੜੇ ਮੌਕੇ ਆਉਣਗੇ ਕਰਾਂਗੇ। ਕਿੰਨਾ ਚੰਗਾ ਲੱਗਦਾ ਲੀਡਰ ਆਫ ਆਪੋਜੀਸ਼ਨ, ਦੇਸ਼ ਦੀਆਂ ਸਾਰੀਆਂ ਪਾਰਟੀਆਂ ਬੈਠੀਆਂ ਹੁੰਦੀਆਂ, ਦੁਨੀਆ ਦੇ ਅੰਦਰ ਇੱਕ ਅੱਛਾ ਮੈਸੇਜ ਜਾਂਦਾ। ਫਿਰ ਕਹਿੰਦੇ ਨੇ ਕਿ ਜੀ ਇਹ ਸਾਨੂੰ ਬੁਲਾਉਂਦੇ ਨਹੀਂ, ਇਹ ਸਾਨੂੰ ਪੁੱਛਦੇ ਨਹੀਂ। ਅਰੇ ਵੀ ਤੁਹਾਨੂੰ ਬੁਲਾ ਰਹੇ ਆ, ਤੁਸੀਂ ਜਾਂਦੇ ਨਹੀਂ। ਫਿਰ ਕਹਿੰਦੇ ਨੇ ਜੀ, ਅੱਜ ਮੈਂ ਦੇਖ ਰਿਹਾ ਸੀ ਕਾਂਗਰਸ ਨੇ ਬੜਾ ਅੱਛਾ ਸਟੇਟਮੈਂਟ ਦਿੱਤੀ ਹੋਣੀ, ਉਹਨੇ ਕਿਹਾ ਕੋਈ ਉਚਿੱਤ ਹੀ ਨਹੀਂ ਰਹਿ ਜਾਂਦਾ ਕਿਉਂਕਿ ਲੀਡਰ ਆਫ ਆਪੋਜੀਸ਼ਨ ਉੱਥੇ ਨਹੀਂ ਹੈਗਾ, ਔਰ ਲੋਕਤੰਤਰ ਦਾ ਬਹੁਤ ਵੱਡਾ ਹਿੱਸਾ ਜਿਹੜਾ ਹੁੰਦਾ ਹੈ ਉਹ ਆਪੋਜੀਸ਼ਨ ਹੁੰਦਾ ਹੈ, ਤੇ ਬਿਨਾਂ ਆਪੋਜੀਸ਼ਨ ਦੇ ਲੋਕਤੰਤਰ ਕਾਹਦਾ ਹੈ? ਬਿਲਕੁਲ ਠੀਕ ਕਿਹਾ ਤੁਸੀਂ। ਪਰ ਆਉਣ ਤੋਂ ਮਨਾ ਕੌਣ ਕਰਦਾ ਪਿਆ? ਖੁਦ ਹੀ ਤੇ ਮਨਾ ਕਰਦੇ ਪਏ ਜੇ ਅਸੀਂ ਨਹੀਂ ਆਉਣਾ। ਜੀ ਚਲੋ ਸ਼ੁਕਰੀਆ ਮਨਜਿੰਦਰ ਸਿਰਸਾ ਜੀ ਜੁੜਨ ਦੇ ਲਈ। ਮਨਜਿੰਦਰ ਸਿਰਸਾ ਕਹਿ ਰਹੇ ਨੇ ਬੇਲੋੜਾ ਵਿਰੋਧ ਕੀਤਾ ਜਾ ਰਿਹਾ ਹੈ, ਵਿਰੋਧ ਕਰਨ ਦੇ ਲਈ ਵਿਰੋਧ ਕੀਤਾ ਜਾ ਰਿਹਾ ਹੈ। ਨਵਾਂ ਸੰਸਦ ਭਵਨ ਬਣਿਆ ਹੈ, ਬਣ ਕੇ ਤਿਆਰ ਹੋਇਆ ਹੈ, ਪ੍ਰਧਾਨ ਮੰਤਰੀ ਨੇ ਉਦਘਾਟਨ ਕੀਤਾ ਹੈ। ਵਿਰੋਧੀ ਧਿਰਾਂ ਸਿਰਫ ਵਿਰੋਧ ਕਰਨ ਦੇ ਲਈ ਵਿਰੋਧ ਕਰ ਰਹੀਆਂ ਨੇ, ਅਜਿਹੇ ਮੌਕੇ ਵਿਰੋਧ ਨਹੀਂ ਕਰਨਾ ਚਾਹੀਦਾ ਸੀ। ਸਾਡੇ ਨਾਲ ਇਸ ਵੇਲੇ ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗ ਫੋਨ ਲਾਈਨ ਤੇ ਜੁੜ ਚੁੱਕੇ ਨੇ। ਨੀਲ ਜੀ ਸਵਾਗਤ ਹੈ ਨਿਊਜ਼ 18 ਪੰਜਾਬ ਤੇ। ਆਮ ਆਦਮੀ ਪਾਰਟੀ ਨੇ ਵਿਰੋਧ ਜਤਾਇਆ ਹੈ, ਨਵੇਂ ਸੰਸਦ ਭਵਨ ਦੇ ਉਦਘਾਟਨ ਸਮਾਰੋਹ 'ਚ ਸ਼ਾਮਲ ਨਹੀਂ ਹੋਏ। ਰਾਸ਼ਟਰਪਤੀ ਨੂੰ ਲੈ ਕੇ ਕਿਹਾ ਗਿਆ ਕਿ ਰਾਸ਼ਟਰਪਤੀ ਨੂੰ ਨਾ ਸੱਦਾ ਦਿੱਤਾ ਗਿਆ, ਨਾ ਉਹਨਾਂ ਤੋਂ ਉਦਘਾਟਨ ਕਰਾਇਆ ਗਿਆ। ਦੂਸਰਾ, ਆਮ ਆਦਮੀ ਪਾਰਟੀ ਦੇ ਆਗੂ ਸੌਰਭ ਭਾਰਦਵਾਜ ਇਹ ਵੀ ਕਹਿੰਦੇ ਨਜ਼ਰ ਆਏ ਕਿ ਕੁਝ ਦਿਨ ਪਹਿਲਾਂ ਹੀ ਜੋ ਆਰਡੀਨੈਂਸ ਲਿਆਂਦਾ ਗਿਆ ਹੈ ਉਹ ਸੰਵਿਧਾਨ ਦੇ ਖਿਲਾਫ ਲਿਆਂਦਾ ਗਿਆ, ਸੁਪਰੀਮ ਕੋਰਟ ਦੇ ਫੈਸਲੇ ਦੇ ਖਿਲਾਫ ਲਿਆਂਦਾ ਗਿਆ, ਤੇ ਇਹ ਜਿਹੜਾ ਨਵਾਂ ਸੰਸਦ ਭਵਨ ਹੈ ਇਸ ਦੇ ਵਿੱਚ ਤਾਂ ਸੰਵਿਧਾਨ ਨੂੰ ਦਫਨ ਕੀਤਾ ਗਿਆ ਹੈ। ਕਿਵੇਂ ਸੋਚਦੀ ਹੈ ਆਮ ਆਦਮੀ ਪਾਰਟੀ? ਮਨਜਿੰਦਰ ਸਿਰਸਾ ਜੁੜੇ ਸੀ ਕੁਝ ਦੇਰ ਪਹਿਲਾਂ, ਉਹ ਕਹਿ ਰਹੇ ਨੇ ਸਿਰਫ ਵਿਰੋਧ ਕਰਨ ਲਈ ਵਿਰੋਧ ਕੀਤਾ ਜਾ ਰਿਹਾ, ਬਹਾਨੇ ਬਣਾਏ ਜਾ ਰਹੇ ਨੇ। ਅਸ਼ ਮੈਡਮ, ਇਹ ਵਿਰੋਧ ਲਈ ਸਿਰਫ ਵਿਰੋਧ ਨਹੀਂ ਹੈ, ਇਹ ਬੀਜੇਪੀ ਦੀ ਸੋਚ ਦਾ ਵਿਰੋਧ ਹੈਗਾ। ਬੀਜੇਪੀ ਦੀ ਸੋਚ ਅੱਜ ਜਿਹੜੀ ਲੋਕਤੰਤਰ ਦੇ ਲਈ ਖਤਰਾ ਬਣੀ ਹੋਈ ਹੈਗੀ ਹੈ। ਬਿਲਕੁਲ ਸੱਚ ਹੈਗਾ ਕਿ ਜਿਸ ਸੰਸਦ ਦਾ ਉਦਘਾਟਨ ਕੀਤਾ ਜਾ ਰਿਹਾ ਹੈਗਾ, ਸੰਸਦ ਭਵਨ ਦਾ ਉਦਘਾਟਨ ਕੀਤਾ ਜਾ ਰਿਹਾ ਹੈ, ਰਾਸ਼ਟਰਪਤੀ ਉਸ ਦੇ ਮੁਖੀ ਨੇ, ਔਰ ਰਾਸ਼ਟਰਪਤੀ ਸਾਡੇ ਦੇਸ਼ ਦੇ ਪਹਿਲੇ ਨਾਗਰਿਕ ਹੈਗੇ ਹੈ। ਔਰ ਖਾਸ ਕਰਕੇ ਜਦੋਂ ਇੱਕ ਦਲਿਤ ਰਾਸ਼ਟਰਪਤੀ ਹੈ, ਉਹਨੂੰ ਇਸ ਕਰਕੇ ਤੁਸੀਂ ਨਹੀਂ ਬੁਲਾ ਕਰਮ ਉੱਥੇ ਕਰਨੀ ਹੈ ਵੀ ਤੁਹਾਨੂੰ ਲੱਗਦਾ ਕਿ ਭ੍ਰਿਸ਼ਟ ਹੋ ਜਾਣਗੇ, ਤੁਸੀਂ ਦਲਿਤਾਂ ਨਾਲ ਨਫ਼ਰਤ ਕਰਦੇ ਹੋ। ਔਰ ਦੂਸਰੀ ਵੱਡੀ ਗੱਲ ਇਹ ਹੈਗੀ ਹੈ ਕਿ ਇਸ ਤੋਂ ਪਹਿਲਾਂ ਵੀ ਅਸੀਂ ਬਹੁਤ ਵਾਰ ਵੇਖਿਆ ਹੈਗਾ, ਇਸ ਤੋਂ ਪਹਿਲਾਂ ਦੇ ਜਿਹੜੇ ਰਾਸ਼ਟਰਪਤੀ ਸੀ ਉਹਨਾਂ ਨੂੰ ਵੀ ਨਹੀਂ ਬੁਲਾਇਆ ਗਿਆ ਸੀ। ਔਰ ਇਹ ਵੀ ਗੱਲ ਸੱਚ ਹੈ ਜੋ ਭਾਰਦਵਾਜ ਸਾਹਿਬ ਨੇ ਆਖੀ ਹੈਗੀ ਹੈ, ਕਿਉਂਕਿ ਸੰਸਦ ਦੇ ਵਿੱਚ ਲੋਕਤੰਤਰ ਦੇ ਦੁਆਰਾ ਚੁਣੇ ਹੋਏ ਨੁਮਾਇੰਦੇ ਪਹੁੰਚਦੇ ਆ, ਤੇ ਇਹ ਲੋਕਤੰਤਰ ਦੁਆਰਾ ਹੀ ਸਾਨੂੰ ਸੰਸਦ ਭਵਨ ਦਿੱਤੀ ਗਈ ਹੈ, ਸਾਨੂੰ ਸੰਵਿਧਾਨ ਦਿੱਤਾ ਗਿਆ ਹੈਗਾ। ਉੱਥੇ ਸੰਵਿਧਾਨ ਦੀ ਕੋਈ ਕਦਰ ਨਹੀਂ, ਸੰਵਿਧਾਨ ਨੂੰ ਛਿੱਕੇ ਟੰਗਿਆ ਗਿਆ। ਹੁਣ ਤੁਸੀਂ ਦੱਸੋ, ਸਾਡੇ ਮੁਲਕ ਦੇ ਵਿੱਚ ਜੇ ਤੁਸੀਂ ਇਨਸਾਫ ਲੈਣਾ ਹੋਵੇ, ਸੁਪਰੀਮ ਕੋਰਟ ਤੋਂ ਵੱਡੀ ਕਿਹੜੀ ਅਦਾਲਤ ਹੈ? ਸੁਪਰੀਮ ਕੋਰਟ ਨੇ 8 ਸਾਲ ਦੀ ਸਾਡੀ ਸੁਣਵਾਈ ਤੋਂ ਬਾਅਦ ਫੈਸਲਾ ਕੀਤਾ, ਆਮ ਆਦਮੀ ਪਾਰਟੀ ਦੀ ਸਰਕਾਰ ਦੇ ਹੱਕ ਦੇ ਵਿੱਚ ਫੈਸਲਾ ਕੀਤਾ। ਤੁਸੀਂ ਇੱਕ ਆਰਡੀਨੈਂਸ ਲਿਆ ਕੇ ਸਿਰਫ ਇਸ ਕਰਕੇ ਕਿ ਤੁਸੀਂ ਅੱਜ ਐਰੋਗੈਂਟ ਤਾਨਾਸ਼ਾਹ ਹੋ, ਤੁਹਾਡੇ ਕੋਲ ਵੱਡੀ ਮੈਜੋਰਟੀ ਹੈ ਤੇ ਤੁਹਾਡੇ ਸਾਹਮਣੇ ਕਦਰ ਨਹੀਂ ਹੈਗੀ ਆਪੋਜੀਸ਼ਨ ਲੀਡਰਾਂ ਦੀ ਜਾਂ ਆਪੋਜੀਸ਼ਨ ਦੀ, ਤੇ ਤੁਸੀਂ ਇੱਕ ਆਰਡੀਨੈਂਸ ਦੇ ਥਰੂ ਉਸ ਨੂੰ ਬਦਲ ਦਿੰਦੇ ਹੋ, ਤੇ ਫਿਰ ਕੀ ਫਾਇਦਾ ਹੈ ਜਦੋਂ ਘਟ ਜਾਂਦਾ? ਮਨਜਿੰਦਰ ਸਿਰਸਾ ਇਹ ਵੀ ਕਹਿੰਦੇ ਨਜ਼ਰ ਆਏ ਕਿ ਜਿਹੜੀਆਂ ਧਿਰਾਂ ਵਿਰੋਧ ਕਰ ਰਹੀਆਂ ਨੇ, ਕਈ ਕਿਸਮ ਦੇ ਸਟੇਟਸ ਜਿਹੜੇ ਨੇ ਉਹ ਪਾਏ ਜਾ ਰਹੇ ਨੇ, ਟਵਿੱਟਰ ਤੇ ਟਵੀਟ ਕੀਤੇ ਜਾ ਰਹੇ ਨੇ, ਫੋਟੋਆਂ ਪਾਈਆਂ ਜਾ ਰਹੀਆਂ ਨੇ ਵਿਰੋਧ ਦੇ ਵਿੱਚ, ਤਾਂ ਕੀ ਉਹ ਜਿਹੜੀਆਂ ਧਿਰਾਂ ਨੇ ਉਹਨਾਂ ਦੇ ਮੈਂਬਰ ਫਿਰ ਇਸ ਨਵੀਂ ਸੰਸਦ 'ਚ ਨਹੀਂ ਜਾਣਗੇ? ਨਹੀਂ, ਮੈਂਬਰ ਦੇਖੋ, ਜਿਹੜਾ ਕਿਸੇ ਚੀਜ਼ ਦਾ ਜਾਨੀ ਕਿ ਬਾਈਕਾਟ ਕਰਨਾ ਉਹ ਵੀ ਲੋਕਤੰਤਰ ਦਾ ਹੀ ਇੱਕ ਹਿੱਸਾ ਹੈਗਾ, ਆਪਣਾ ਵਿਰੋਧ ਦਰਜ ਕਰਾਉਣਾ। ਤੇ ਇਹਦਾ ਲੋਕਾਂ ਨੇ ਨੁਮਾਇੰਦਿਆਂ ਨੂੰ ਚੁਣ ਕੇ ਭੇਜਿਆ ਹੈਗਾ, ਠੀਕ ਹੈ ਨਾ। ਲੱਖਾਂ ਕਰੋੜਾਂ ਦੇ ਜਿਹੜੀ ਹਿੰਦੁਸਤਾਨ ਦੀ ਜਨਤਾ ਉਹਦੇ ਉਹ ਨੁਮਾਇੰਦੇ ਹੈਗੇ। ਬੀਜੇਪੀ ਕੋਲ ਤਾਂ 33% ਵੋਟਾਂ ਨੇ, 60% ਬੀਜੇਪੀ ਦੇ ਖਿਲਾਫ ਹੈ ਮੁਲਕ। ਤੇ ਅੱਜ ਵੀ ਅਸੀਂ ਗੱਲ ਕਰੀਏ, ਉਹ ਉਹਨਾਂ ਲੋਕਾਂ ਦੀ ਨੁਮਾਇੰਦਗੀ ਕਰਦੇ ਨੇ, ਬਿਲਕੁਲ ਉਹ ਜਾਣਗੇ। ਪਰ ਇੱਕ ਉਦਘਾਟਨ ਦੇ ਤੌਰ ਤੇ ਜਿੱਥੋਂ ਉਦਘਾਟਨ ਰਾਸ਼ਟਰਪਤੀ ਦੁਆਰਾ ਹੋਣਾ ਚਾਹੀਦਾ ਉਹ ਨਹੀਂ ਕਰਵਾ ਰਹੇ, ਆਪ ਹੁਦਰਾਪਨ ਕਰਦੇ ਹੈਗੇ, ਸਿਰਫ ਇਸ ਕਰਕੇ ਜਿਹੜਾ ਨਵੀਂ ਸੰਸਦ ਬਣੀ ਹੈ ਉੱਥੇ ਇਤਿਹਾਸ ਦੇ ਵਿੱਚ ਲਿਖਿਆ ਜਾਵੇ, ਮੋਦੀ ਨੂੰ ਚਮਕਾਉਣਾ ਹੈਗਾ, ਮੋਦੀ ਦੀ ਇਮੇਜ ਚਮਕਾਉਣੀ ਹੈਗੀ ਹੈ, ਸਿਰਫ ਇਸ ਕਰਕੇ ਤੁਸੀਂ ਇਦਾਂ ਦੀਆਂ ਕਾਰਵਾਈਆਂ ਕਰਦੇ ਹੋ। ਮਨਜਿੰਦਰ ਸਿਰਸਾ ਪੁੱਛ ਰਹੇ ਸੀ ਕਿ ਈਰਖਾ ਹੋ ਰਹੀ ਹੈ ਕਿ ਵਿਰੋਧੀ ਧਿਰਾਂ ਨੂੰ ਇਹੀ ਕਿ ਹੁਣ ਨਵੀਂ ਸੰਸਦ ਦਾ ਨਿਰਮਾਣ ਹੋਇਆ, ਜਿਹੜੀ ਧਿਰ ਨੇ ਕੀਤਾ ਹੈ ਉਸ ਨੂੰ ਕ੍ਰੈਡਿਟ ਤਾਂ ਜਾਏਗਾ ਹੀ। ਬਿਲਕੁਲ ਕ੍ਰੈਡਿਟ ਜਾਵੇ, ਕਿਸੇ ਨੂੰ ਈਰਖਾ ਕੀ ਹੋ ਸਕਦੀ ਹੈ? ਹਿੰਦੁਸਤਾਨ ਦੇ ਲੋਕਾਂ ਨੇ ਚੁਣਿਆ ਪ੍ਰਧਾਨ ਮੰਤਰੀ ਨੂੰ, ਹਿੰਦੁਸਤਾਨ ਦੇ ਲੋਕਾਂ ਨੇ ਬੀਜੇਪੀ ਨੂੰ ਚੁਣਿਆ ਹੈਗਾ, ਉਹਦੇ ਵਿੱਚ ਕੋਈ ਈਰਖਾ ਨਹੀਂ ਹੈਗੀ ਹੈ। ਪਰ ਜਿਸ ਮਕਸਦ ਲਈ ਤੁਹਾਨੂੰ ਚੁਣਿਆ ਗਿਆ ਹੈਗਾ, ਲੋਕਤੰਤਰ ਦੇ ਨੂੰ ਬਚਾਉਣ ਵਾਸਤੇ ਚੁਣਿਆ ਗਿਆ ਹੈ। ਸਾਡਾ ਜਿਹੜਾ ਜੋ ਮੁਲਕ ਹੈਗਾ ਇੱਕ ਫੈਡਰਲ ਸਟਰਕਚਰ ਦੇ ਤਹਿਤ ਚੱਲਦਾ ਹੈਗਾ, ਰਾਜਾਂ ਦੇ ਆਪਣੇ ਅਧਿਕਾਰ ਨੇ, ਆਪੋਜੀਸ਼ਨ ਦੇ ਆਪਣੇ ਅਧਿਕਾਰ ਨੇ, ਕੇਂਦਰ ਦੇ ਆਪਣੇ ਅਧਿਕਾਰ ਨੇ, ਰਾਸ਼ਟਰਪਤੀ ਦੇ ਆਪਣੇ ਅਧਿਕਾਰ ਨੇ। ਤੁਸੀਂ ਕਿੰਨੀਆਂ ਸੰਵਿਧਾਨਕ ਸੰਸਥਾਵਾਂ ਦੇਖ ਲਓ ਮੈਡਮ, ਬੀਜੇਪੀ ਦਾ ਜਦੋਂ ਰਾਜ ਹੈ ਅੱਜ ਤੱਕ ਕਦੇ ਕਿਸੇ
ਮਤਲਬ ਜਿਹੜੇ ਜੱਜ ਹੈਗੇ ਸੁਪਰੀਮ ਕੋਰਟ ਨੇ ਉਹਨਾਂ ਨੂੰ ਆਪਣੀ ਗੱਲ ਰੱਖਣ ਵਾਸਤੇ ਕਦੇ ਪ੍ਰੈਸ ਕਾਨਫਰੰਸ ਕਰਨੀ ਪਈ ਸੀ? ਉਹਨਾਂ ਨੂੰ ਵੀ ਪ੍ਰੈਸ ਕਾਨਫਰੰਸ ਕਰਨੀ ਪਈ ਹੈਗੀ ਹੈ। ਅੱਜ ਤੁਸੀਂ ਦੇਖੋ ਕਿ RBI ਦੇ ਗਵਰਨਰ ਨੇ ਪਿਛਲੀ ਦਿਨੀ ਜਿਹੜਾ ਅੱਜ ਤੋਂ 3-4 ਸਾਲ ਪਹਿਲਾਂ ਬਿਆਨ ਦਿੱਤਾ ਸੀ, ਉਹ ਕਿਹੜਾ ਕਿਸੇ ਤੋਂ ਛੁਪਿਆ ਹੋਇਆ ਹੈਗਾ। ਕਿਸੇ ਵੀ ਸੰਵਿਧਾਨਕ ਸੰਸਥਾ ਨੂੰ ਇਹਨਾਂ ਨੇ ਪੰਗੂ ਬਣਾ ਕੇ ਰੱਖ ਦਿੱਤਾ ਹੈਗਾ, ਮਤਲਬ ਐਰੋਗੈਂਟ ਟਾਈਪ ਦੇ ਢੰਗ ਨਾਲ ਇਹ ਰਾਜ ਚਲਾਉਂਦੇ ਹੈਗੇ। ਅੱਜ ਲੋੜ ਇਸ ਚੀਜ਼ ਦੀ ਹੈਗੀ ਹੈ, ਪੂਰੇ ਮੁਲਕ ਨੂੰ ਖੜੇ ਹੋਣਾ ਚਾਹੀਦਾ ਹੈਗਾ, ਲੋਕਤੰਤਰ ਨੂੰ ਬਚਾਉਣ ਲਈ ਯਾਨੀ ਕਿ ਖੜੇ ਹੋਣਾ ਚਾਹੀਦਾ। ਇਸੇ ਕਰਕੇ ਜਿਹੜਾ ਹੈਗਾ ਅਸੀਂ ਆਰਡੀਨੈਂਸ ਦੇ ਉੱਤੇ ਵੀ ਵੱਖੋ-ਵੱਖ ਆਪੋਜੀਸ਼ਨ ਲੀਡਰ ਜਿਹੜੇ ਹੈਗੇ, ਵੱਖੋ-ਵੱਖ ਪੋਲੀਟੀਕਲ ਪਾਰਟੀਆਂ ਦੇ ਲੀਡਰ ਨੇ, ਉਹਨਾਂ ਨੂੰ ਵੀ ਮਿਲ ਰਹੇ ਆ, ਲੋਕਾਂ ਦੇ ਵਿੱਚ ਵੀ ਆਵਾਜ਼ ਲੈ ਕੇ ਜਾ ਰਹੇ ਆ। ਜਿਹੜਾ ਇਹ ਵਿਰੋਧ ਸੀ, ਇਹ ਵਿਰੋਧ ਵੀ ਯਾਨੀ ਕਿ ਦਰਜ ਕਰਾਉਣ ਦਾ ਇੱਕ ਯਾਨੀ ਕਿ ਤਰੀਕਾ ਹੈਗਾ ਔਰ ਲੋਕਾਂ ਦੇ ਵਿੱਚ ਆਪਣੀ ਗੱਲ ਰੱਖਣ ਦਾ ਇੱਕ ਤਰੀਕਾ ਹੈ। ਅੱਛਾ, ਬਹੁਤ ਸਾਰੀਆਂ ਧਿਰਾਂ ਨੇ ਜੋ ਇਸ ਸਮਾਗਮ 'ਚ ਸ਼ਾਮਲ ਹੋਈਆਂ ਨੇ। ਅਕਾਲੀ ਦਲ ਵੀ ਸਮਾਗਮ ਦਾ ਹਿੱਸਾ ਬਣਿਆ ਹੈ। ਅਕਾਲੀ ਦਲ ਦੇ ਆਗੂ ਇਹ ਵੀ ਕਹਿੰਦੇ ਨਜ਼ਰ ਆਏ ਸੀ ਕਿ ਜਦੋਂ ਨੀਂਹ ਪੱਥਰ ਪ੍ਰਧਾਨ ਮੰਤਰੀ ਦੇ ਵੱਲੋਂ ਰੱਖਿਆ ਗਿਆ ਹੈ ਤਾਂ ਫਿਰ ਉਹ ਉਦਘਾਟਨ ਵੀ ਕਰ ਸਕਦੇ ਨੇ, ਬੇਲੋੜਾ ਵਿਰੋਧ ਨਹੀਂ ਹੋਣਾ ਚਾਹੀਦਾ। ਮੇਰੇ ਖਿਆਲ ਅਕਾਲੀ ਦਲ ਦੀ ਗੱਲ ਤਾਂ ਨਾ ਹੀ ਕਰੀਏ। ਅਕਾਲੀ ਦਲ ਅੱਜ ਰਹਿ ਕਿੱਥੇ ਗਿਆ? ਅਕਾਲੀ ਦਲ ਉਹ ਪਾਰਟੀ ਜਿਹੜਾ 100 ਸਾਲ ਪੁਰਾਣੀ ਪਛਾਣਮੱਤੀ ਪਾਰਟੀ ਸੀ, ਜਿਹੜੀ ਰਾਜਾਂ ਦੇ ਵੱਧ ਅਧਿਕਾਰਾਂ ਦੀ ਗੱਲ ਕਰਦੀ ਸੀ। ਅੱਜ ਅਸੀਂ ਅਖਬਾਰਾਂ 'ਚ ਵੀ ਪੜ੍ਹ ਰਹੇ ਹਾਂ, ਕੱਲ੍ਹ ਵੀ ਇਹਨਾਂ ਦਾ ਦੇਖਿਆ ਜਿਹੜੀ ਨੀਤੀ ਉਦਯੋਗ ਦਾ ਜਿਸ ਤਰੀਕੇ ਨਾਲ ਦੇਸ਼ ਦੇ ਵਿੱਚੋਂ ਕਿੰਨੇ ਮੰਤਰੀਆਂ ਨੇ ਉਹਦਾ ਬਾਈਕਾਟ ਕੀਤਾ, ਇਹ ਤਾਂ ਉਦੋਂ ਵੀ ਉਹਨਾਂ ਦੀ ਗੋਦੀ ਦੇ ਵਿੱਚ ਜਾ ਕੇ ਬੈਠ ਗਏ ਹੈ। ਇਹ ਤਰਲੋ ਮੱਛੀ ਹੋ ਰਹੇ ਨੇ ਕਿਸ ਤਰੀਕੇ ਨਾਲ ਜਿਹੜਾ ਹੈਗਾ BJP ਦੇ ਨਾਲ ਸਾਂਝ ਪਿਆਲੀ ਪਾਈ ਜਾਵੇ, ਕਿਉਂਕਿ ਪੰਜਾਬ ਦੇ ਇਤਿਹਾਸ ਦਾ ਪੰਨਾ ਬਣ ਕੇ ਰਹਿ ਗਈ ਹੈਗੀ ਹੈ ਇਸ ਸਮੇਂ ਅਕਾਲੀ ਦਲ। ਉਸ ਤੋਂ ਵੱਧ ਹੋਰ ਕੁਛ ਨਹੀਂ ਹੈਗਾ ਤੇ ਇਹਨਾਂ ਨੇ ਸਿਰਫ ਤੇ ਸਿਰਫ ਉਹ ਰਾਹ ਲੱਭਣਾ ਹੈਗਾ ਕਿ ਦੂਜਿਆਂ ਦੇ ਵਿਰੋਧ ਦੇ ਵਿੱਚ ਜਾ ਕੇ ਅਸੀਂ BJP ਦੀ ਝੋਲੀ 'ਚ ਕਿਵੇਂ ਬੈਠੀਏ, ਆਪਣੀ ਗਵਾਚੀ ਹੋਈ ਰਾਜਨੀਤਿਕ ਜਿਹੜੀ ਜ਼ਮੀਨ ਹੈਗੀ ਆ ਉਹਨੂੰ ਕਿਵੇਂ ਤਲਾਸ਼ੀਏ। ਜਦ ਕਿ ਅਸਲੀਅਤ ਹੈਗੀ ਹੈ ਜਦੋਂ ਇਹ ਅਕਾਲੀ ਦਲ ਬਣਿਆ ਸੀ ਹੁਣ ਤੱਕ ਕਿਸੇ ਚੀਜ਼ ਦਾ ਝੰਡਾ ਬਰਦਾਰ ਰਿਹਾ ਹੈਗਾ। ਲੋਕਤੰਤਰ ਨੂੰ ਬਚਾਉਣ ਵਾਸਤੇ ਇਹਨਾਂ ਨੇ ਬੜੀਆਂ, ਜਦੋਂ ਪੁਰਾਣੇ ਸਮੇਂ ਦੇ ਜਿਹੜੇ ਇਹਨਾਂ ਦੇ ਲੀਡਰ ਸੀ ਉਹਨਾਂ ਨੇ ਕੁਰਬਾਨੀਆਂ ਵੀ ਦਿੱਤੀਆਂ, ਮੋਰਚੇ ਵੀ ਲਾਏ ਨੇ। ਅੱਜ ਉਹ ਅਕਾਲੀ ਦਲ ਕਿੱਥੇ ਹੈ? ਚਲੋ ਸ਼ੁਕਰੀਆ ਨੀਲ ਜੀ ਜੁੜਨ ਦੇ ਲਈ। ਆਮ ਆਦਮੀ ਪਾਰਟੀ ਨੇ ਇਸ ਸਮਾਰੋਹ ਦਾ ਵਿਰੋਧ ਜਤਾਇਆ ਹੈ। ਰਾਸ਼ਟਰਪਤੀ ਨੂੰ ਨਾ ਸੱਦਣਾ, ਰਾਸ਼ਟਰਪਤੀ ਦਾ ਉਦਘਾਟਨ ਨਾ ਕਰਾਉਣਾ, ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਕਹਿ ਰਹੇ ਨੇ ਕਿ ਇਹ ਰਾਸ਼ਟਰਪਤੀ ਦਾ ਅਪਮਾਨ ਹੈ। ਤਾਂ ਇੱਕ ਪਾਸੇ ਨਵੀਂ ਸੰਸਦ ਦਾ ਉਦਘਾਟਨ ਹੋਇਆ ਹੈ, ਅੱਜ ਪ੍ਰਧਾਨ ਮੰਤਰੀ ਦੇ ਵੱਲੋਂ ਇਸ ਦਾ ਉਦਘਾਟਨ ਕੀਤਾ ਗਿਆ ਹੈ। ਬਹੁਤ ਸਾਰੀਆਂ ਧਿਰਾਂ ਨੇ ਜਿਨ੍ਹਾਂ ਦੇ ਵੱਲੋਂ ਸਮਰਥਨ ਕੀਤਾ ਗਿਆ ਹੈ, ਲੇਕਿਨ ਦੂਸਰੇ ਪਾਸੇ ਵਿਰੋਧੀ ਧਿਰਾਂ ਇਸ ਸਮਾਗਮ 'ਚ ਸ਼ਾਮਲ ਨਹੀਂ ਹੋਈਆਂ। ਇਸ ਸਮਾਗਮ ਦਾ ਬਾਈਕਾਟ ਕੀਤਾ ਗਿਆ ਹੈ। 19 ਵਿਰੋਧੀ ਧਿਰਾਂ ਨੇ ਚਿੱਠੀ ਲਿਖ ਕੇ ਇਸ ਦਾ ਐਲਾਨ ਵੀ ਕੀਤਾ ਸੀ ਕਿ ਇਸ ਸਮਾਗਮ ਦਾ ਬਾਈਕਾਟ ਕੀਤਾ ਜਾ ਰਿਹਾ ਹੈ। ਰਾਸ਼ਟਰਪਤੀ ਨੂੰ ਨਾ ਸੱਦਿਆ ਗਿਆ, ਨਾ ਹੀ ਉਹਨਾਂ ਤੋਂ ਉਦਘਾਟਨ ਕਰਾਇਆ ਗਿਆ, ਜੋ ਰਾਸ਼ਟਰਪਤੀ ਦਾ ਅਪਮਾਨ ਹੈ। ਦੂਸਰੇ ਪਾਸੇ BJP ਕਹਿ ਰਹੀ ਹੈ ਕਿ ਵੱਖ-ਵੱਖ ਸਮੇਂ ਤੇ ਜਦੋਂ ਨਵੀਆਂ ਵਿਧਾਨ ਸਭਾਵਾਂ ਬਣੀਆਂ ਨੇ ਤਾਂ ਕੀ ਗਵਰਨਰ ਤੋਂ ਉਹਨਾਂ ਦਾ ਉਦਘਾਟਨ ਕਰਾਇਆ ਗਿਆ। ਸੰਸਦ ਦੇ ਜੋ ਮੁਖੀ ਨੇ ਜਿਨ੍ਹਾਂ ਨੇ ਸੰਸਦ ਚਲਾਉਣੀ ਹੈ ਉਹ ਪ੍ਰਧਾਨ ਮੰਤਰੀ ਨੇ, ਉਹਨਾਂ ਦੇ ਵੱਲੋਂ ਹੀ ਨੀਂਹ ਪੱਥਰ ਰੱਖਿਆ ਗਿਆ। ਨੀਂਹ ਪੱਥਰ ਰੱਖਣ ਵੇਲੇ ਤਾਂ ਵਿਰੋਧ ਹੋਇਆ ਨਹੀਂ, ਲੇਕਿਨ ਹੁਣ ਬੇਲੋੜਾ ਵਿਰੋਧ ਕੀਤਾ ਜਾ ਰਿਹਾ ਹੈ। ਤਾਂ ਇਹ ਤਸਵੀਰਾਂ ਜਿਹੜੀਆਂ ਨੇ ਅੱਜ ਨਜ਼ਰ ਆ ਰਹੀਆਂ ਨੇ। ਇੱਕ ਪਾਸੇ ਉਦਘਾਟਨ ਹੋਇਆ ਹੈ ਤੇ ਦੂਸਰੇ ਪਾਸੇ ਨਵੀਂ ਸੰਸਦ ਦੇ ਉਦਘਾਟਨ ਸਮਾਰੋਹ ਦਾ ਵਿਰੋਧ ਵੀ ਹੋ ਰਿਹਾ ਹੈ। ਨਵੇਂ ਸੰਸਦ ਭਵਨ ਦਾ ਨਿਰਮਾਣ ਪੂਰਾ ਹੋਇਆ ਹੈ ਤਾਂ ਪ੍ਰਧਾਨ ਮੰਤਰੀ ਦੇ ਵੱਲੋਂ ਅੱਜ ਉਦਘਾਟਨ ਕੀਤਾ ਗਿਆ। एक हफ्ते पहले इसी देश के संविधान को परिभाषित करने वाली संविधान पीठ के जजमेंट को आप पलट देते हैं एक अध्यादेश से, और अध्यादेश में लिखते हैं, ये अध्यादेश लाही ले रहे हैं कि संवैधानिक पीठ की जो जजमेंट है उसको पलटना है। तो आपने क्या संवैधानिक मूल्य समझे? आपने ना लोकतांत्रिक मूल्य समझे, ना आपने संवैधानिक मूल्य समझे। आपने इन सब की हत्या करके, देश के संविधान की हत्या करके, उसको दफन करके उसके ऊपर एक बहुत सुंदर आलीशान जो है एक इमारत बना ली है। जैसे शाहजहां ने मुमताज़ को दफन करके जो है एक इमारत बना ली थी, तो लोग इमारत देखने आते थे और जब जब इमारत देखते थे वो कहते थे यहाँ जो है मुमताज़ दफन है। तो अब जब जब जो है इस नई संसद को लोग देखने आएंगे ज़रूर आएंगे, क्योंकि लोग तो सुंदर इमारत देखने आते ही हैं। जब जब लोग आएंगे वो कहेंगे यहाँ है जहाँ देश का संविधान दफन किया गया था। आज हम आत्मनिर्भर भारत की ओर बढ़ रहे हैं, अनेक पहचान अपनी छोड़ने का काम कर रहे हैं। तो मेरे लिए लगता है कि ये हमारे लिए बहुत ही ऐसा दिन है जो हमें याद दिलाता है कि हम भी आज़ाद भारत में अपने पैरों पे खड़े हुए विश्व को एक हम संदेश दे रहे हैं कि वो भारत नहीं रहा है जैसा भारत आप पहले सोचते थे। लेकिन जिस तरीके से के बाद एक ट्वीट आना, आरजेडी ने एक ट्वीट किया है जिसमें 2 पिक्चर दिखाई गई, एक नई संसद भवन की जो तस्वीर है वो, और उसके ठीक बगल में एक ताबूत रखा है। उन्होंने प्रश्न कहा है कि ये क्या है।
तो उसके साथ इसकी तुलना आखिर क्यों? देखिए, पार्लियामेंट का उद्घाटन को 15-20 दिन लगातार सुर्खियों में है और ये डेली नई नई चीजें ढूंढते हैं विरोध करने की। मतलब इनका काम विरोध करना ही है, कोई अच्छी चीज इनको दिखाई नहीं दे रही है, खाली इनका मोदी जी का विरोध है। आज उसको ताबूत के रूप में बता रहे, पहले क्या आप जीरो के अंदर बैठे हुए थे, गोल शून्य के अंदर बैठे हुए थे, शून्य की ओर जा रहे थे क्या आप? ऐसी बातें जो है ये बुद्धिजीवी वर्ग आपको एक प्रतिनिधित्व करते हैं समाज का। मुझे लगता है समाज आपको इस भावनाओं से, नकारात्मक सोच आपके बीच में है, उसको देखता है। और आज आपको गौरवशाली होना चाहिए कि देश के अंदर अपना कीर्तिमान स्थापित कर रहे हैं। आज एक ऐतिहासिक क्षण है हमारी लोकतांत्रिक जीवनी में, जिसके साक्षी हम सभी बने हैं, जब आधुनिक आत्मनिर्भर भारत के लोकतांत्रिक मूल्यों की सबसे ऊंची इमारत और सबसे पावन मंदिर स्थापित किया जा रहा है और उसे देश को समर्पित किया जा रहा है। और ऐसे मौके पर 140 करोड़ की आबादी एक साथ खड़ी है इस क्षण के साक्षी बनने के लिए। परंतु ये अफसोस की बात है कि जब टेम्पल ऑफ डेमोक्रेसी का लोकार्पण हो रहा है तो कुछ पार्टियां मदर ऑफ हिपोक्रेसी के रूप में इस प्रकार से नकारात्मक राजनीति कर रही है। ये विघ्न संतोषी कुछ पार्टियां बन चुकी है, जिनको केवल विघ्न डालने पर, बाधा पैदा करने पर ही संतोष आता है किसी भी शुभ मुहूर्त या शुभ। लोकतंत्र का यह मंदिर 21वीं सदी के नए भारत में भव्य स्वरूप धारण कर रहा है। आज के दिन किसी भी प्रकार की राजनीतिक बयानबाजी नहीं करनी चाहिए। आज यह शुभ ऐतिहासिक अवसर है, तो सभी राजनीतिक दलों को दलगत भावना से ऊपर उठकर इसका सम्मान। मुझे लगता है कि किसी भी प्रकार की मन में जो राजनीतिक दुर्भावना हो, उसकी अभिव्यक्ति के आगे और अवसर आते रहेंगे। इस शुभ अवसर पर ऐसी चीजों से बचना चाहिए। जो 3री शताब्दी ईसा पूर्व से शुरू होती है, दुनिया के तो तमाम देशों का इतिहास ही नहीं है 2300 का। हमें यह गर्व करने का विषय है, राजनीति करने का विषय नहीं। और इसमें सभी दलों के लोग, भले आज उन्होंने बहिष्कार किया हो, लेकिन कल सदन की कार्रवाई तो वही चलने वाली है। क्या राष्ट्रीय जनता दल ने तय कर लिया है कि उनके सदस्य परमानेंट बहिष्कार करेंगे? क्या वो लोकसभा की सदस्यता से इस्तीफा देंगे, राज्यसभा की सदस्यता से इस्तीफा देंगे? और फिर कॉफिन का चित्र दिखाना, इससे ज्यादा अपमान लोकतंत्र का क्या हो सकता है? एक राजनीतिक दल इतनी घटिया मानसिकता पर उतर आए। एक शुभ दिन जो देश के गौरव का दिन है, एक नया संसद भवन पूरे देश को समर्पित किया जा रहा है, और उसकी तुलना एक मृत व्यक्ति को जिस बक्से में रखा जाता है, जो कॉफिन जिसको कहा जाता है, उसका चित्र उन्होंने आज ट्वीट किया है। ऐसे लोगों पर तो देशद्रोह का मुकदमा दर्ज किया जाना चाहिए, जिनको इतनी भी समझ नहीं है कि देश की नई संसद और दूसरी ओर कॉफिन का चित्र, तो इससे ज्यादा अपमान लोकतंत्र का और कुछ नहीं हो सकता। पीने से नहाते हैं वो ही इतिहास बदलते हैं। जिन्होंने नया इतिहास रचा वो श्रमजीवी भाई आज यहाँ मौजूद। नवी संसद का उद्घाटन होया है। सादर अनुरोध। विरोधी तरह इसका विरोध कर रही ने। बीजेपी के आगू कह रहे हैं कि बेलोड़ा विरोध किया जा रहा है।